सत श्री अकाल एंड हेलो टू एवरीवन। वैल 4.5 लाख की फिगर एक साल दे विच जिद्दन कैनेडा ने 4.5 लाख स्टूडेंट परमिट इशू किया इंडियंस नूं किते ना किते किसी ना किसी स्टेट घर दे विच किसी दे रिफ्यूजल भी आए होणगे। एक अफसोस होएगा वो 4.5 लाख नंबरां दे विच मेरा एप्लीकेशन भी हो सकदा सीगा या मेरा एप्लीकेशन क्यों नहीं है। How to deal with that situation और how to make sure उस situation ਦੇ ਵਿੱਚ ਆਪਾਂ ਨਾ ਜਾਈਏ। ਛੋਟੀ ਛੋਟੀ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ ਡਿਊਰਿੰਗ ਦਾ ਪ੍ਰੋਸੈਸ। ਹੁੰਦਾ ਕਿ ਆਮ ਤੌਰ ਤੇ ਇੱਕ ਸਟੂਡੈਂਟ ਕਿਸੇ ਵੀ ਕੰਸਲਟੈਂਟ ਆਫਿਸ ਜਾਂਦਾ ਹੈ, ਉਹ ਆਪਣੀ ਪ੍ਰੋਫਾਈਲ ਡਿਸਕਸ ਕਰਦਾ ਹੈ ਤੇ ਹਾਂ 'ਚ ਹਾਂ ਸੁਣਨ ਦੀ ਕੋਸ਼ਿਸ਼ ਕਰਦਾ ਆਪਣੀ ਪ੍ਰੋਫਾਈਲ ਨੂੰ ਲੈ ਕੇ। ਬਰੈਂਪਟਨ ਮਿਲ ਜੂਗਾ, ਮੈਨੂੰ ਆ ਫਲਾਣਾ ਉਹਦੇ ਘਰ ਦੇ ਨੇੜੇ ਚਾਹੀਦਾ, ਮਿਲ ਜੂਗਾ। ਜੌਬ ਕਿਵੇਂ ਹੈ ਤੇ PR ਮਿਲ ਜੂਗੀ, ਵਰਕ ਪਰਮਿਟ ਕਿੰਨੇ ਦੇਰ ਦਾ ਮਿਲੂਗਾ। ਆ ਕੁਝ ਕਾਮਨ ਸਵਾਲ ਹੁੰਦੇ ਨੇ ਜਿਹੜਾ ਸਟੂਡੈਂਟ ਪੁੱਛਦਾ ਹੈਗਾ। whereas unfortunately ਐਮਬੈਸੀ ਜਾਂ ਵੀਜ਼ਾ ਆਫਿਸਰ ਇਹ ਸਵਾਲਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦਾ। ਤੁਹਾਡੇ ਸਵਾਲ ਜੇ ਇੱਥੇ ਹੈ, ਵੀਜ਼ਾ ਆਫਿਸਰ ਇੱਥੇ ਹੋਏਗਾ ਜਾਂ ਇੱਥੇ ਹੋਏਗਾ। ਕਿਉਂ? ਕਿਉਂਕਿ ਉਹਨੇ ਤਾਂ ਆਪਣੀ ਰੂਲ ਬੁੱਕ ਫੋਲੋ ਕਰਨੀ ਹੈ IRPA ਵਾਲੀ, ਜਿਹਦੇ ਵਿੱਚ ਦਫਾ ਨੇ, ਦਫਾ ਦੇ ਵਿੱਚ ਤੁਹਾਡੇ ਕਲੌਜ਼ਸ ਨੇ ਜਿਹਦੇ ਵਿੱਚ ਤੁਹਾਡਾ ਵੀਜ਼ਾ ਆਣਾ ਜਾਂ ਰਿਜੈਕਟ ਹੋਣਾ ਹੈ। ਆ ਕੁਝ ਛੋਟੀ ਚੀਜ਼ਾਂ ਡਿਸਐਗਰੀਐਂਸ ਵਾਲੀਆਂ ਤੁਸੀਂ ਇਹ ਐਕਸਪੈਕਟ ਕਰਦੇ ਪਏ ਹੋ ਵੀਜ਼ਾ ਆਫਿਸਰ ਇੱਥੇ ਹੈ ਜਾਂ ਇੱਥੇ ਹੈ, ਜਦ ਤੱਕ ਉਹ ਸੇਮ ਲੈਵਲ ਤੇ ਨਹੀਂ ਹੋਣਗੇ ਤਾਂ ਵੀਜ਼ਾ ਨਹੀਂ ਆਏਗਾ। ਮਤਲਬ ਕਾਮਨ ਸੈਂਸ। ਹੁਣ ਉਹ ਸੇਮ ਲੈਵਲ ਤੇ ਕਿਵੇਂ ਆ ਸਕਦੇ ਹੋ? ਸਭ ਤੋਂ ਪਹਿਲਾਂ ਐਜ਼ ਅ ਸਟੂਡੈਂਟ ਤੁਹਾਡੇ ਤੋਂ ਐਕਸਪੈਕਟ ਕੀਤਾ ਜਾਂਦਾ ਹੈ, ਤੁਸੀਂ ਸਟੂਡੈਂਟ ਵੀਜ਼ਾ ਲੈਣ ਲੱਗੇ ਹੋ ਤੇ ਤੁਸੀਂ ਕੋਰਸ ਵਾਲੇ ਪਾਸੇ ਸਭ ਤੋਂ ਜ਼ਿਆਦਾ ਰੈਲੇਵੈਂਸੀ ਦੀ ਡਿਮਾਂਡ ਰੱਖੋਗੇ। ਮੈਂ ਆ ਕੀਤਾ, ਹੁਣ ਮੈਂ ਆ ਕਰਨ ਜਾ ਰਿਹਾ, ਇਹਦਾ ਫਿਊਚਰ ਦੇ ਵਿੱਚ ਰੋਲ ਕੀ ਹੈ, ਮੈਨੂੰ ਇਹ 15 ਲੱਖ ਰੁਪਏ ਖਰਚੇ ਦਾ ਵਾਧਾ ਕਿਵੇਂ ਮਿਲੂਗਾ ਆਉਣ ਵਾਲੇ ਸਮੇਂ ਦੇ ਵਿੱਚ। ਸਭ ਤੋਂ ਪਹਿਲੀ ਚੀਜ਼ which is expected out of you as a student in Canada, course relevancy। ਦੂਸਰੀ ਚੀਜ਼ ਡੈਡਲਾਈਨਸ। ਹੁਣ ਜਿੰਨਾ ਤੁਸੀਂ ਲੇਟ ਵੀਜ਼ਾ ਐਪਲੀਕੇਸ਼ਨ ਪਾਉਂਗੇ, ਉਹ ਕਿਉਂ ਲੇਟ ਪਾਉਂਗੇ? ਕਿਉਂਕਿ ਅਪਲਾਈ ਲੇਟ ਕੀਤਾ ਜਾਂ ਇੱਕ ਆਫਰ ਲੈਟਰ 4 ਤੋਂ 6 ਹਫ਼ਤਿਆਂ ਦੇ ਵਿੱਚ ਆਉਂਦਾ ਹੈ, ਉਹ ਆ ਕੇ $1500 ਦੇ ਨਾਲ ਸੀਟ ਬੁੱਕ ਬਲੌਕ ਕਰਾ ਲਈ, ਬਾਕੀ ਫੀਸਾਂ ਦੇ ਦਾਂਗੇ ਕਿਉਂਕਿ ਸਪਟੈਂਬਰ 'ਚ ਸਟਾਰਟ ਡੇਟ ਹੋਣਾ ਹੈ। ਇੱਕ ਛੋਟਾ ਜਿਹਾ ਚੀਜ਼ ਗੂਗਲ ਕਰਕੇ ਦੇਖਣਾ, CIC ਪ੍ਰੋਸੈਸਿੰਗ ਟਾਈਮ। ਅੱਜ ਕੈਨੇਡੀਅਨ ਕੌਂਸੂਲੇਟ 11 ਹਫ਼ਤੇ ਲਾਂਦੀ ਪਈ ਹੈ ਕੇਸ ਨੂੰ ਪ੍ਰੋਸੈਸ ਕਰਨ ਲਈ ਔਨ ਐਨ ਐਵਰੇਜ। 11 ਹਫ਼ਤੇ ਮਤਲਬ ਅਪਰੋਕਸੀਮੇਟਲੀ 3 ਮਹੀਨੇ। ਹੁਣ ਤੁਸੀਂ ਆਪ ਦੇਖੋ, ਜੇ ਤੁਹਾਡਾ ਸਪਟੈਂਬਰ ਇਨਟੇਕ ਹੈ ਅਗਲਾ, ਤੁਸੀਂ 3 ਮਹੀਨੇ ਪਿੱਛੇ ਆਨੇ ਹੋ ਤਾਂ ਤੁਹਾਡੀ ਫਾਈਲ ਐਮਬੈਸੀ ਦੇ ਵਿੱਚ ਜੂਨ 'ਚ ਜਾਣੀ ਚਾਹੀਦੀ ਹੈ। ਜੂਨ 'ਚ ਐਮਬੈਸੀ ਤਦ ਜਾਊਗੀ ਜੇ ਅੱਜ ਤੁਹਾਡਾ ਆਫਰ ਲੈਟਰ ਅਪਲਾਈ ਹੋਊਗਾ, ਫੀਸਾਂ ਪੇ ਹੋਣਗੀਆਂ, GIC ਪੇ ਹੋਊਗਾ। ਤਾਂ ਇੱਕ ਵੱਡਾ ਸਵਾਲ ਜਿਹੜਾ ਤੁਸੀਂ ਆਪਣੇ ਆਪ ਨੂੰ ਪੁੱਛਣਾ ਘਰੇ ਬੈਠੇ, ਜੇ ਪਹਿਲੀ ਵਾਰ ਫਾਈਲ ਲਾਉਣ ਲੱਗੇ ਹੋ ਕੈਨੇਡਾ ਦੀ, ਕੀ ਤੁਹਾਡੇ ਕੋਲ 16 ਤੋਂ 18 ਲੱਖ ਰੁਪਇਆ ਰੈਡੀ ਹੈ? ਜਿੱਦਣ ਆਫਰ ਲੈਟਰ ਆ ਗਿਆ 48 ਤੋਂ 72 ਘੰਟਿਆਂ 'ਚ ਟਿਊਸ਼ਨ ਫੀਸ ਕਾਲਜ ਨੂੰ ਭੇਜਣ ਦਾ, GIC ਬੈਂਕ ਨੂੰ ਭੇਜਣ ਦਾ। ਇਫ ਦਾ ਆਨਸਰ ਇਜ਼ ਯੈਸ, then apply for September intake without any failure. If the answer is no, kindly choose your destination or course very carefully। क्यों? Business IT program ਇਹ ਜਿਹੇ ਹੁੰਦੇ ਨੇ ਜਿਹੜੇ ਤੁਹਾਨੂੰ almost ਹਰ intake 'ਚ ਮਿਲ ਜਾਂਦੇ ਨੇ, ਪਰ ਕੁਝ specific program ਜਿਹੜੇ ਸਿਰਫ September to September ਹੀ ਚੱਲਦੇ ਨੇ। ਅੱਜ ਤੁਹਾਡਾ September ਵਾਸਤੇ ਇੱਕ ਪ੍ਰੋਗਰਾਮ ਸ਼ੁਰੂ ਹੋਇਆ, ਤੁਹਾਡਾ ਆਫਰ ਲੈਟਰ ਆ ਗਿਆ ਜਾਂ 8 ਹਫ਼ਤੇ ਡਿਲੇ ਹੋ ਗਿਆ, whichever the case is, GIC ਹੋਰ ਹਫ਼ਤੇ ਠਹਿਰ ਕੇ ਕਰਾਈ, ਤੁਹਾਡਾ ਸਪਟੈਂਬਰ ਇਨਟੇਕ ਚਾਂਸਸ ਜਿਹੜੇ ਹੈ ਮਿਲਣ ਦੇ 50% ਆਟੋਮੈਟਿਕਲੀ ਘਟ ਜਾਂਦੇ ਨੇ। ਰੱਬ ਨਾ ਕਰੇ ਤੁਹਾਡਾ ਇਨਟੇਕ ਮਿਸ ਹੋ ਗਿਆ, ਤੁਸੀਂ ਡੈਫਰ ਪਤਾ ਕਰਦਾ ਹੋਣਾ ਅਗਲੇ ਸਪਟੈਂਬਰ 2023 ਦਾ। ਕੀ ਤੁਹਾਡੇ ਕੋਲ 1 ਸਾਲ ਬੈਠਣ ਦੀ, ਪੇਸ਼ੈਂਸ ਰੱਖਣ ਦੀ ਸ਼ਮਤਾ ਹੈਗੀ ਹੈ? ਜੇ ਹੈਗੀ ਹੈ ਤਾਂ ਬਿਲਕੁਲ ਆਪਣਾ ਪੂਰੇ ਡਿਲੇ ਨਾਲ ਆਪਣੀ ਐਪਲੀਕੇਸ਼ਨ ਲਾਓ, ਫੀਸ ਉਦੋਂ ਭੇਜੋ ਜਦ ਤੁਹਾਡੇ ਕੋਲ ਪੈਸਾ ਇਕੱਠਾ ਹੋ ਜਾਂਦਾ, ਐਕਸੈਕਟਰਾ। ਬਟ ਜੇ ਤੁਹਾਡੇ ਲਈ ਆ ਇਨਟੇਕ ਜ਼ਰੂਰੀ ਹੈ ਤਾਂ ਉਹਦੇ ਵਿੱਚ ਉਹਨੂੰ ਅੱਜ ਹੀ ਐਕਸ਼ਨ ਲੈ ਕੇ ਖਤਮ ਕਰਾਓ। ਆਈਸਿੰਗ ਔਨ ਦਾ ਕੇਕ ਜਿਹੜਾ ਕਹਿਣਾ ਭੁੱਲ ਗਿਆ, ਮੰਨ ਲਓ ਅਗਲੇ ਸਾਲ ਆਂਦੇ ਤੁਹਾਡਾ ਆਲਸ ਐਕਸਪਾਇਰ ਹੋ ਗਿਆ, ਫਿਰ ਕੀ ਹੋਏਗਾ? ਉਹ ਐਪਲੀਕੇਸ਼ਨ ਵਿੱਚ ਰਹਿ ਜਾਏਗੀ, ਮੈਨੂੰ ਆਲਸ ਦੁਬਾਰਾ ਕਰਨਾ ਪਏਗਾ, ਔਰ ਵਾਟ ਵਿਲ ਹੈਪਨ ਟੂ ਮਾਈ ਐਪਲੀਕੇਸ਼ਨ? ਤੇ ਮੈਂ ਤਾਂ ਕੈਨੇਡਾ ਨੂੰ ਗਾਲਾਂ ਹੀ ਕੱਢਾਂਗਾ ਨਾ। ਇੱਕ ਤਾਂ ਇੰਨੀ ਦੇਰ ਵੇਟ ਕਰਾਉਣ ਤੋਂ ਬਾਅਦ ਰਿਜੈਕਸ਼ਨ ਦੇਤਾ, ਰਿਜੈਕਸ਼ਨ ਦੇਣ ਤੋਂ ਬਾਅਦ ਆ ਕੀਤਾ ਤੇ ਆਲਸ ਦੁਬਾਰਾ ਮੰਗੀ ਜਾਂਦੇ ਨੇ। ਉਹ ਆਲਸ ਲੈਣ ਲਈ ਫਿਰ ਮੇਰੀ ਤਪੱਸਿਆ ਹੋਣੀ ਹੈ 2-3 ਮਹੀਨੇ ਦੀ ਦੁਬਾਰਾ ਕੋਚਿੰਗ ਲੈ ਕੇ ਪੇਪਰ ਦੇਣ ਦੀ। it's a vicious circle। ਜੇ ਤੁਸੀਂ ਉਹਦੇ ਵਿੱਚ ਫਸਣਾ ਚਾਹੁੰਦੇ ਹੋ ਤਾਂ ਫੋਰਨ ਐਜੂਕੇਸ਼ਨ ਖਾਸ ਕਰ ਇਹ ਟਾਈਮ ਕੈਨੇਡਾ ਦਾ ਬੜਾ ਕਲੀਅਰ ਹੈ। ਐਪਲੀਕੇਸ਼ਨ ਪਾਓ 2 ਹਫ਼ਤਿਆਂ ਦੇ ਵਿੱਚ, 3 ਹਫ਼ਤਿਆਂ ਦੇ ਜਿੱਥੋਂ ਆਫਰ ਆਉਂਦਾ ਹੈ, ਕੋਰਸ ਰੈਲੇਵੈਂਸੀ ਹੋਣੀ ਚਾਹੀਦੀ ਹੈ, ਲੋਕੇਸ਼ਨ ਰੈਲੇਵੈਂਸੀ ਨਹੀਂ। ਕੋਰਸ ਰੈਲੇਵੈਂਸੀ ਬਣ ਗਈ ਤੇ ਫੀਸਾਂ ਦੇ ਕੇ
ਐਪਲੀਕੇਸ਼ਨ ਜਿੰਨੀ ਛੇਤੀ ਹੋ ਸਕਦਾ ਹੈ ਅੰਬੈਸੀ ਵਿੱਚ ਪਾਓ, ਕਿਉਂਕਿ ਜੇ ਵੀਜ਼ਾ ਆ ਗਿਆ ਤਾਂ ਬੱਲੇ ਬੱਲੇ, ਜੇ ਵੀਜ਼ਾ ਨਹੀਂ ਆਇਆ ਤੁਸੀਂ ਰੀਲੌਜਮੈਂਟ ਦੀ ਤਿਆਰੀ ਵੀ ਕਰਨੀ ਹੈ ਤੇ ਅੰਬੈਸੀ ਨੇ ਫਿਰ ਕੁਝ ਸਮੇਂ ਲੈਣਾ ਹੈ ਤੁਹਾਨੂੰ ਐਪਲੀਕੇਸ਼ਨ ਦਾ ਰਿਜ਼ਲਟ ਦੇਣ ਵਾਸਤੇ। ਇਹ ਜੇ ਬਹੁਤ ਸਾਰੀ ਟੈਕਨੀਕਲ ਚੀਜ਼ਾਂ ਜਿਹੜੀਆਂ ਕਿ ਅੱਜ ਜਿਹੜੀ 2022 ਚ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ, ਉਹ ਪਿਛਲੇ ਸਾਲ ਐਗਜ਼ਿਸਟ ਵੀ ਨਹੀਂ ਕਰਦੀਆਂ ਹੋਣਗੀਆਂ। 2021 ਚ ਦੇਖਣ ਨੂੰ ਮਿਲਿਆ ਉਹ 2020 ਚ ਐਗਜ਼ਿਸਟ ਨਹੀਂ ਕਰਦਾ ਹੋਏਗਾ। AIP ਪਹਿਲੀ ਵਾਰ ਆਇਆ, ਸ਼ਿਨੂਕ ਪਹਿਲੀ ਵਾਰ ਆਇਆ, ਹੁਣ ਵੀ ਕੋਈ ਨਾ ਕੋਈ ਸਿਸਟਮ ਨਵਾਂ ਲੈ ਕੇ ਉਹ ਐਫੀਸ਼ੀਐਂਟ ਬਣਾਉਣ ਦੀ ਕੋਸ਼ਿਸ਼ ਤਾਂ ਕਰਦੇ ਹੋਣੇ ਆ, ਕਿਉਂਕਿ ਜਿਹੜੇ ਉਹ ਬਜਟਾਂ ਦੀ ਗੱਲ ਕਰਦੇ ਹੈ ਕੈਨੇਡੀਅਨ ਸਰਕਾਰ ਵੀ ਅਸੀਂ ਇੰਨਾ ਬਜਟ ਹਾਈ ਕਮਿਸ਼ਨ ਨੂੰ ਜਾਂ ਕੇਸਾਂ ਫਾਸਟ ਪ੍ਰੋਸੈਸ ਨੂੰ ਦੇਣਾ ਹੈ, ਉਹ ਕਿਤੇ ਨਾ ਕਿਤੇ ਤਾਂ ਇੰਪਲੀਮੈਂਟ ਹੁੰਦਾ ਹੋਣਾ ਇਨ ਟਰਮਸ ਆਫ ਮੈਨ ਪਾਵਰ, ਇਨ ਟਰਮਸ ਆਫ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਵਾਟ ਨਾਟ। ਉਹ ਆਪਣੇ ਵਾਸਤੇ ਹੀ ਹੋ ਰਿਹਾ ਐਜ਼ ਅ ਸਟੂਡੈਂਟ, ਕਿਉਂਕਿ ਉਹਨਾਂ ਨੂੰ ਕੈਪੈਸਿਟੀ ਜਿਹੜੀ ਹੈ ਵਧਾਣੀ ਹੈ ਵੀਜ਼ਾ ਦੀ, ਉਹਨਾਂ ਨੂੰ ਇਨਟੇਕ ਦੀ ਕੈਪੈਸਿਟੀ ਵਧਾਣੀ ਹੈ, ਇਨਟੇਕ ਦਾ ਟਰਨ ਅਰਾਊਂਡ ਟਾਈਮ ਘਟਾਉਣਾ ਹੈ। ਪਰ ਕੀ ਮੈਂ ਤਿਆਰ ਹਾਂ ਐਜ਼ ਅ ਸਟੂਡੈਂਟ ਉਹਨਾਂ ਦੇ ਵਾਸਤੇ, ਉਹਨਾਂ ਦੇ ਪੈਰਾਮੀਟਰਸ ਦੇ ਨਾਲ ਵੀਜ਼ਾ ਅਪਲਾਈ ਕਰਨ ਵਾਸਤੇ? ਕੋਰਸ ਰੈਲੇਵੈਂਸੀ ਫॉर ਐਗਜ਼ਾਮਪਲ, ਸੈਕੰਡ ਟਾਈਮਲੀ ਪ੍ਰੋਸੈਸ ਆਫ ਐਪਲੀਕੇਸ਼ਨ, ਥਰਡ ਸਭ ਤੋਂ ਇੰਪੋਰਟੈਂਟ ਚੀਜ਼ ਡੈਡਲਾਈਨਸ, ਜਿਹੜੀ ਤੁਹਾਡੇ ਆਫਰ ਲੈਟਰ ਤੇ ਲਿਖੀਆਂ ਆਉਂਦੀਆਂ ਨੇ, ਤੁਹਾਨੂੰ ਆਹ ਡੈਡਲਾਈਨ ਦਿੱਤੀ ਗਈ ਹੈ ਤਦ ਤੱਕ ਆਪਣੀ ਐਪਲੀਕੇਸ਼ਨ ਔਰ ਸਟੱਡੀ ਪਰਮਿਟ ਦੀ ਜਾਣਕਾਰੀ ਕਾਲਜ ਨੂੰ ਦਿੱਤੀ ਜਾਵੇ। I was amazed to see around 15 ਤੋਂ 17 ਬੱਚੇ ਜਿਹੜੇ ਸਾਡੇ ਕੋਲ ਪਿਛਲੇ 2 ਮਹੀਨਿਆਂ ਚ ਆ, ਜਿਨ੍ਹਾਂ ਦੀ ਡੈਡਲਾਈਨ ਨਿਕਲ ਚੁੱਕੀ ਹੈ ਆਨਲਾਈਨ ਪੜ੍ਹਾਉਣ ਦੀ ਜਾਂ ਪੜ੍ਹਨ ਦੀ। ਹੁਣ ਉਹ ਜੇ ਡੈਡਲਾਈਨ ਨਿਕਲ ਚੁੱਕੀ ਉਹ ਡੈਫਰ ਵਾਲੇ ਪਾਸੇ ਜਾਂਦੇ ਨੇ, $1000 ਕੱਟਦਾ ਹੈ, ਵਿਡਰਾਅ ਕਰਦੇ ਨੇ ਤਾਂ ਅਰਾਊਂਡ $2500 ਕੱਟਦਾ ਹੈ। ਆਪਣੇ ਆਪ ਨੂੰ ਆਪਣੇ ਪੈਸਿਆਂ ਲਈ ਜ਼ਿੰਮੇਵਾਰ ਬਣਾਉਣਾ ਸਿੱਖੋ, ਆਪਣੇ ਆਪ ਨੂੰ ਆਪਣੇ ਭਵਿੱਖ ਦੇ ਲਈ ਜ਼ਿੰਮੇਵਾਰ ਬਣਾਉਣਾ ਸਿੱਖੋ, ਤਾਂ ਹੀ ਤੁਹਾਡੀ ਸੈਪਟੈਂਬਰ ਇਨਟੇਕ ਦਾ ਹਾਈਐਸਟ ਵੀਜ਼ਾ ਸਕਸੈਸ ਆਏਗਾ। ਹਿੱਟ ਐਂਡ ਟ੍ਰਾਇਲ ਖੇਡਣਾ ਜ਼ਰੂਰ ਖੇਡੋ, ਕਿਸਮਤ ਅਜ਼ਮਾਨੀ ਹੈ, ਕੋਈ ਮਨਾ ਨਹੀਂ ਕਰਦਾ। 1 5.5 ਹੈ, 2 5.5 ਹੈ, ਹਜੇ ਵੀ ਬੱਚਾ ਕੈਨੇਡਾ ਵਾਸਤੇ ਪੁੱਛਦਾ ਪਿਆ। ਆਈ ਡੋਂਟ ਅੰਡਰਸਟੈਂਡ ਵਾਈ। ਜਦ ਬੇਸਿਕ ਕ੍ਰਾਈਟੇਰੀਆ 6 ਇੰਚ ਦਾ ਹੋ ਗਿਆ, ਅੱਜ ਪੀਟੀ ਦਾ ਹੀ ਮਾੜਾ ਹਾਲ ਹੈ। ਪੀਟੀ ਕਹਿੰਦੇ ਜੀ ਸਕਸੈਸ ਰੇਟ ਸਿਰਫ 13 ਤੋਂ 14% ਰਹਿ ਗਿਆ, ਬਾਕੀ ਸਭ ਰਿਜੈਕਟ ਆ ਰਿਹਾ। ਕਈ ਕੰਸਲਟੈਂਟ ਨੇ ਪੀਟੀ ਦੀ ਰਾਉਂਡ ਵਧਾ ਕੇ 60 ਕਰਤੀ ਹੈ, ਅਸੀਂ 60 ਤੋਂ ਥੱਲੇ ਪੀਟੀ ਲੈਣਾ ਹੀ ਨਹੀਂ ਹੈ। ਅਜੀਬ ਫਾਰਮੂਲੇ ਨੇ ਹਰੇਕ ਦੇ, ਹਰੇਕ ਕੰਸਲਟੈਂਟ ਦਾ ਆਪਣਾ ਤਰੀਕਾ ਬਣ ਜਾਂਦਾ ਹੈ, ਪਰ ਐਜ਼ ਅ ਸਟੂਡੈਂਟ ਤੁਸੀਂ ਕਨਫਿਊਜ਼ ਹੋ ਜਾਂਦੇ ਹੋ ਐਂਡ ਵਿੱਚ ਕਰਨਾ ਕੀ ਹੈ। ਤਾਂ ਮੇਰੀ ਸਲਾਹ ਬੜੀ ਸਿੰਪਲ ਜੀ ਰਹੇਗੀ, ਕੈਨੇਡਾ ਕਰਨਾ ਹੈ ਤਾਂ ਆਪਣੇ ਆਪ ਨੂੰ SGS ਕੁਆਲੀਫਾਈਂਗ ਕਰਕੇ ਕਰੋ। ਓਵਰਆਲ 6 ਕੱਲਾ 6 ਕੋਰਸ ਰੈਲੇਵੈਂਟ ਹੋਵੇ, ਫਿਰ ਭਾਵੇਂ ਤੁਹਾਡਾ ਗੈਪ ਸਾਲ ਦਾ ਹੈ, 2 ਸਾਲ ਦਾ, 3 ਸਾਲ ਦਾ, 5 ਸਾਲ ਦਾ, ਡਜ਼ਨਟ ਮੈਟਰ। ਕੇਸ ਪ੍ਰੈਜੈਂਟੇਸ਼ਨ ਇਜ਼ ਪੋਸੀਬਲ ਜਦ ਮੇਰੇ ਕੋਲ ਬੇਸਿਕ ਚੀਜ਼ਾਂ ਪੂਰੀਆਂ ਹੁੰਦੀਆਂ ਕਿਸੇ ਕੇਸ ਦੀਆਂ। ਅੱਜ ਨਾ somebody was telling to me last week ਵੀ ਕੈਨੇਡਾ ਦਾ ਵੀਜ਼ਾ ਸਕਸੈਸ ਵੀ US ਵਰਗਾ ਹੋ ਗਿਆ, ਪਹਿਲੀ ਵਾਰ ਨਹੀਂ ਆਇਆ ਦੁਬਾਰਾ ਚੱਲੋ, ਦੂਜੀ ਵਾਰ ਨਹੀਂ ਆਇਆ ਤੀਜੀ ਵਾਰ ਚੱਲੋ। ਮੈਂ ਕਿਹਾ ਐਗਜ਼ੈਕਟਲੀ ਯੈਸ, ਦ ਬਿਊਟੀ ਆਫ ਦ ਹੋਲ ਕੈਨੇਡੀਅਨ ਐਜੂਕੇਸ਼ਨ ਸਿਸਟਮ ਇਜ਼, ਉਹ ਕਹਿੰਦੇ ਆ ਸਾਨੂੰ ਆਹ ਚੀਜ਼ ਤੁਸੀਂ ਨਹੀਂ ਸਮਝਾ ਪਾਏ, ਸਾਨੂੰ ਸਮਝਾਓ, ਅਸੀਂ ਤੁਹਾਨੂੰ ਵੀਜ਼ਾ ਦਵਾਂਗੇ। ਅਨਲਾਈਕ ਆਸਟ੍ਰੇਲੀਆ ਔਰ UK ਜਿੱਥੇ ਇੱਕ ਵਾਰ ਰਿਜੈਕਟ ਹੋ ਜਾਏ ਤਾਂ ਕੁਝ ਸਾਲਾਂ ਤੱਕ ਤੁਸੀਂ ਦੁਬਾਰਾ ਵੀਜ਼ਾ ਨਹੀਂ ਅਪਲਾਈ ਕਰ ਸਕਦੇ ਬਿਕੋਜ਼ ਆਫ देयर ਜੈਨੂਇਨ ਟੈਂਪਰੇਰੀ ਐਂਟਰੈਂਟ ਜਾਂ GSR ਦੀ ਪਾਲਿਸੀ। ਕੈਨੇਡਾ ਕੁਝ ਨਹੀਂ ਹੈ, ਕੈਨੇਡਾ ਹਜੇ ਵੀ ਆਬਜੈਕਟਿਵ ਵੀਜ਼ਾ ਹੈ, 4 ਚੀਜ਼ਾਂ ਪੂਰੀਆਂ ਕਰੋ ਤੇ ਵੀਜ਼ਾ ਲਵੋ। ਪੜ੍ਹ ਕੇ ਉਹ 4 ਚੀਜ਼ਾਂ ਮੇਰੇ ਕੋਲ ਹੈਗੀਆਂ ਨੇ ਸਟੂਡੈਂਟ। ਇਹ ਉਹ ਟਾਈਮ ਹੈ, ਇਹ ਉਹ ਪੁਆਇੰਟ ਹੈ ਜਿੱਥੇ ਤੁਹਾਨੂੰ ਕੰਸਲਟੈਂਟ ਤੇ ਉਹਦੀ ਗਾਈਡੈਂਸ ਮੈਟਰ ਕਰਦੀ ਹੈ। ਤੁਹਾਡੇ ਕੋਲ ਆਪਣੀ ਪ੍ਰੋਫਾਈਲ ਦੇ ਰਿਗਾਰਡਿੰਗ ਕੋਈ ਸਵਾਲ ਹੈ, ਰਿਫਿਊਜ਼ਲ ਆ ਚੁੱਕਿਆ, ਸਮਝ ਨਹੀਂ ਆ ਰਿਹਾ ਕਿਉਂ ਰਿਫਿਊਜ਼ਲ ਹੈ, 5 6 ਸਾਲ ਦੇ ਗੈਪ ਹੈ, ਕੋਰਸ ਲਿੱਤਾ ਹੈ ਜਨਰਿਕ ਵਾਲਾ, ਕਿਉਂ? ਸਰਕਾਰੀ ਕਾਲਜ 3 ਸਾਲ ਦਾ ਵਰਕ ਪਰਮਿਟ। ਅਜੇ ਕਈ ਵਹਿਮ ਦਿਮਾਗ 'ਚ ਚੱਲਦੇ ਨੇ। ਕੈਨੇਡਾ ਬਹੁਤ ਵੱਡਾ ਹੈ, ਬਹੁਤ ਸਾਰੀ ਪਾਲਿਸੀਜ਼ ਨੇ, ਇਟ ਇਜ਼ ਹੋਮ ਟੂ ਯੂਨੀਵਰਸਿਟੀਜ਼ ਆਲਸੋ ਐਜ਼ ਵੈਲ ਐਜ਼ ਕਾਲਜ ਆਲਸੋ। ਬਟ ਕਿਹੜਾ ਕੋਰਸ, ਕਿਹੜੀ ਯੂਨੀਵਰਸਿਟੀ ਤੁਹਾਨੂੰ ਸਿਲੈਕਟ ਕਰਨੀ ਚਾਹੀਦੀ ਹੈ, ਐਜ ਕੋਈ ਵੀ ਗਾਈਡੈਂਸ ਲੈਣੀ ਹੈ ਤਾਂ ਆਪਣੇ ਰਿਫਿਊਜ਼ਲ ਲੈਟਰ, ਜੇ ਰਿਫਿਊਜ਼ ਕੇਸ ਹੈ, ਫਰੈਸ਼ ਕੇਸ ਹੈ, ਪਹਿਲੀ ਵਾਰ ਲਾਣੇ ਪਏ ਐਪਲੀਕੇਸ਼ਨ, ਤਾਂ ਆਪਣੇ ਐਜੂਕੇਸ਼ਨ ਡਾਕੂਮੈਂਟੇਸ਼ਨ, ਵਰਕ ਐਕਸਪੀਰੀਅੰਸ ਡਾਕੂਮੈਂਟੇਸ਼ਨ, ਆਲਸ ਦੇ ਸਕੋਰ ਲੈ ਕੇ, ਡਾਕੂਮੈਂਟੇਸ਼ਨ ਤੇ ਬਹੁਤ ਸਾਰੇ ਸਵਾਲ ਲੈ ਕੇ ਮਿਲੋ ਮੈਨੂੰ ESS ਦੇ ਵੱਖਰੇ ਆਫਿਸਿਸ ਦੇ ਵਿੱਚ। I am excited to be a part of your Canadian education journey for the upcoming intake. I'll see you then.